मैं मार्गदर्शन ਲਈ ਕਿਹਦੇ ਕੋਲ ਜਾਣਾ? ਮੇਰਾ ਇੱਕ ਚੰਗਾ ਬੌਸ ਹੈ ਜਿਹਦੇ ਕੋਲੋਂ ਮੈਂ ਕਰੀਅਰ ਦੀ ਸਲਾਹ ਲੈਣਾ। ਮਾਰਗਦਰਸ਼ਨ ਦੀ ਲੋੜ ਪੈਣ ਤੇ ਉਹਦੇ ਕੋਲ ਜਾਂਦੇ ਜਿਹਨੂੰ ਪ੍ਰੇਮ ਤੇ ਭਰੋਸਾ ਕਰਦੀ ਹਾਂ। ਮੈਂ ਕਿਉਂਕਿ ਸਾਰੇ ਜਵਾਬ ਨਹੀਂ ਜਾਣਦਾ, ਇਸ ਲਈ ਕਿਸੇ ਹੋਰ ਥਾਂ ਜਾਣਾ ਚੰਗਾ ਹੁੰਦਾ ਹੈ। ਮੈਂ ਨਹੀਂ ਸਮਝਦੀ ਇਸ ਵੇਲੇ ਮੇਰਾ ਅਜਿਹਾ ਕੋਈ ਹੈ ਜਿਹਦੇ ਤੋਂ ਮੈਂ ਮਾਰਗਦਰਸ਼ਨ ਲੈਣੀ ਆ। ਸਾਨੂੰ ਆਪਣੇ ਅੰਦਰ ਹੀ ਲੱਭਣਾ ਚਾਹੀਦਾ ਹੈ, ਕਿਉਂਕਿ ਜੇ ਤੁਸੀਂ ਹੋਰਾਂ 'ਚ ਲੱਭਦੇ ਹੋ ਤਾਂ ਤੁਸੀਂ ਕਦੇ ਆਪਣੇ ਆਪ ਨਹੀਂ ਸਿੱਖ ਸਕਦੇ। ਮੈਂ ਆਪਣੇ ਮਿੱਤਰਾਂ ਤੋਂ ਸਲਾਹ ਲੈਣਾ। ਜੇ ਅਜੇ ਮੈਂ ਸੱਚਮੁੱਚ ਕੁਝ ਕਰਨਾ ਚਾਹੁੰਦੀ ਹਾਂ ਤੇ ਕੁਝ ਵੀ ਹੋ ਜਾਏ ਮੈਂ ਉਹ ਕਰਾਂਗੀ ਹੀ। ਮੇਰੇ ਤੋਂ ਵੱਧ ਕੋਈ ਜਾਣਦਾ ਹੋਵੇ? ਕੁੜੀਆਂ ਦਾ ਮਾਮਲਾ ਹੋਵੇ ਤਾਂ ਆਪਣੇ ਪਿਤਾ ਜੀ ਕੋਲੋਂ। ਸ਼ਾਇਦ ਆਪਣੇ ਪਿਤਾ ਕੋਲ, ਪਰ ਮੈਂ ਹਮੇਸ਼ਾ ਉਹਨਾਂ ਦੀ ਹਰ ਗੱਲ ਮੰਨਦਾ ਨਹੀਂ ਹਾਂ। ਮੈਂ ਹਮੇਸ਼ਾ ਆਪਣੇ ਫਰੈਂਡ ਕੋਲ ਜਾਂਦੀ ਆ ਜਦੋਂ ਵੀ ਮੈਨੂੰ ਕੋਈ ਮਾਰਗਦਰਸ਼ਨ ਜਾਂ ਕੁਝ ਹੋਰ ਲੋੜ ਹੋਵੇ, ਕਿਉਂਕਿ ਉਹ ਬਹੁਤ ਸਮਝਦਾਰ ਹਨ ਤੇ ਉਹਦੇ ਤੋਂ ਵੱਡੀ ਗੱਲ ਉਹ ਮੈਨੂੰ ਜਾਂਚਦੇ ਨਹੀਂ। ਅੱਜ ਸਾਡੇ ਸਾਹਮਣੇ ਇੰਨੀਆਂ ਵਸਤਾਂ ਹਨ ਕਿ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਹਨ। ਇੱਕ ਆਮ ਅਮਰੀਕੀ ਸੁਪਰਮਾਰਕੀਟ ਵਿੱਚ ਚੁਣਨ ਲਈ ਤਕਰੀਬਨ 48,570 ਵਸਤਾਂ ਹੁੰਦੀਆਂ ਹਨ। ਤੇ ਸਾਨੂੰ ਸਾਰਿਆਂ ਨੂੰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ, ਕਿਉਂਕਿ ਸਾਨੂੰ ਸਾਰਿਆਂ ਨੂੰ ਇਸ ਬਾਰੇ ਨਿਰਣੇ ਲੈਣੇ ਹੁੰਦੇ ਹਨ ਕਿ ਅਸੀਂ ਆਪਣੇ ਜੀਵਨਾਂ 'ਚ ਕੀ ਕਰੀਏ। ਸਾਡੇ ਕੰਮ, ਸਾਡੇ ਜੀਵਨ ਸਾਥੀ, ਆਪਣੇ ਘਰ, ਪੈਸਿਆਂ ਤੇ ਉਹਦੇ ਇਲਾਵਾ ਰੋਜ਼ ਸਾਡੇ ਸਾਹਮਣੇ ਆਉਣ ਵਾਲੇ ਫੈਸਲਿਆਂ ਬਾਰੇ। ਵੈਸੇ ਚੋਣ ਵਧੀਆ ਗੱਲ ਹੈ, ਪਰ ਉਹ ਫੈਸਲੇ ਨੂੰ ਸੌਖਾ ਨਹੀਂ ਬਣਾਉਂਦੀ। ਸੋ ਕੀ ਫਰਕ ਪੈਂਦਾ ਹੈ ਕਿ ਤੁਹਾਡੇ ਜੀਵਨ ਦਾ ਸੱਚਮੁੱਚ ਕੋਈ ਮਕਸਦ ਹੈ ਜਾਂ ਸਭ ਸੰਜੋਗ ਨਾਲ ਹੈ? ਕਹਿੰਦੇ ਹਨ ਕਿ ਤੁਹਾਡੇ ਜੀਵਨ ਦੇ ਦੋ ਸਭ ਤੋਂ ਮਹਾਨ ਦਿਨ ਹਨ। ਇੱਕ ਉਹ ਹੁੰਦਾ ਹੈ ਜਦ ਤੁਹਾਡਾ ਜਨਮ ਹੁੰਦਾ ਹੈ ਤੇ ਦੂਜਾ ਉਹ ਜਦ ਤੁਸੀਂ ਉਹਦਾ ਕਾਰਨ ਜਾਣਦੇ ਹੋ। ਸੰਤ ਪੌਲਸ ਲਿਖਦੇ ਹਨ ਕਿ ਕਿਉਂ ਜੋ ਅਸੀਂ ਉਹਦੀ ਰਚਨਾ ਹਾਂ ਜਿਹੜੇ ਮਸੀਹ ਯੀਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ, ਜੋ ਪਰਮੇਸ਼ਰ ਨੇ ਅੱਗੋਂ ਹੀ ਤਿਆਰ ਕੀਤੇ ਸਨ, ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਪਰਮੇਸ਼ਰ ਨੇ ਤੁਹਾਨੂੰ ਬਣਾਇਆ ਹੈ। ਤੁਹਾਡੇ ਜੀਵਨ ਦਾ ਇੱਕ ਮਕਸਦ ਹੈ। ਤੁਸੀਂ ਕੋਈ ਹਾਦਸਾ ਨਹੀਂ ਹੋ। ਤੁਹਾਡੇ ਜੀਵਨ ਦੀ ਬਹੁਤ ਅਹਿਮੀਅਤ ਹੈ। ਪਰਮੇਸ਼ਰ ਕੋਲ ਤੁਹਾਡੇ ਲਈ ਖਾਸ ਅਨੋਖੀ ਕਿਸਮਤ ਹੈ ਤੇ ਤੁਹਾਡਾ ਜੀਵਨ ਪ੍ਰਭਾਵਸ਼ਾਲੀ ਹੋ ਸਕਦਾ ਹੈ। ਕਈ ਵਾਰ ਲੋਕਾਂ ਨੂੰ ਇਹ ਵਿਚਾਰ ਪਰੇਸ਼ਾਨ ਕਰਦਾ ਹੈ ਕਿ ਉਹ ਸ਼ਾਇਦ ਕੁਝ ਗੜਬੜ ਕਰ ਦੇਣਗੇ ਅਤੇ ਪਰਮੇਸ਼ਰ ਦੇ ਮਕਸਦ ਤੋਂ ਵਾਂਝੇ ਰਹਿ ਜਾਣਗੇ, ਪਰ ਏਦਾਂ ਨਹੀਂ ਹੈ। ਪਰਮੇਸ਼ਰ ਦਾ ਸਾਡੇ ਜੀਵਨਾਂ ਲਈ ਮਕਸਦ ਸਾਡੀਆਂ ਭੁੱਲਾਂ ਤੋਂ ਵੱਡਾ ਹੈ ਅਤੇ ਮੈਂ ਆਪਣੇ ਜੀਵਨ 'ਚ ਬਹੁਤ ਸਾਰੀਆਂ ਭੁੱਲਾਂ ਕੀਤੀਆਂ ਹਨ। ਕਈ ਮੌਕਿਆਂ ਤੇ ਮੈਂ ਜਾਣਦਿਆਂ ਪਰਮੇਸ਼ਰ ਦੀ ਨਹੀਂ ਸੁਣੀ ਹੈ। ਜਦ ਮੈਂ ਸੋਚਦੀ ਸਾਂ ਕਿ ਮੈਂ ਆਪਣੀ ਮਨਮਾਨੀ ਕਰਾਂਗੀ ਕਿਉਂਕਿ ਮੈਂ ਬਿਹਤਰ ਜਾਣਦੀ ਸਾਂ, ਅਤੇ ਮੈਂ ਸੋਚਦੀ ਸਾਂ ਕਿ ਮੈਂ ਇੰਨੀ ਸਮਰਥ ਹਾਂ ਕਿ ਇਕੱਲੀ ਹਰ ਚੀਜ਼ ਨਾਲ ਨਿਪਟ ਸਕਦੀ ਹਾਂ। ਆਖਰਕਾਰ ਉਹਦੇ ਅੰਤ ਵਿੱਚ ਇਹ ਹੋਇਆ ਕਿ ਮੈਨੂੰ ਬਹੁਤ ਦੁੱਖ ਪਹੁੰਚਿਆ। ਮੇਰੇ ਪ੍ਰੇਮ ਸੰਬੰਧ ਦਾ ਬਹੁਤ ਦੁਖਦ ਅੰਤ ਹੋਇਆ। ਮੈਨੂੰ ਹੁਣ ਸਮਝ ਆਉਂਦੀ ਹੈ ਕਿ ਉਹ ਸੰਬੰਧ ਮੇਰੇ ਲਈ ਸਹੀ ਨਹੀਂ ਸੀ, ਪਰ ਮੈਂ ਪਰਮੇਸ਼ਰ ਦੀ ਨਾ ਸੁਣਨ ਦੀ ਚੋਣ ਕੀਤੀ ਸੀ। ਮੇਰਾ ਬੁਰਾ ਹਾਲ ਸੀ ਜਦ ਮੈਂ ਪਰ ਫਿਰ ਪਰਮੇਸ਼ਰ ਤੇ ਧਿਆਨ ਲਾਇਆ। ਮੈਨੂੰ ਪਤਾ ਸੀ ਕਿ ਮੈਂ ਉਹਨਾਂ ਨੂੰ ਉਦਾਂ ਪਿਆਰੀ ਸਾਂ ਜਿਵੇਂ ਮੈਂ ਸਾਂ, ਅਤੇ ਮੈਂ ਫਿਰ ਪ੍ਰੇਮ ਅਨੁਭਵ ਕੀਤਾ ਅਤੇ ਜਾਣ ਗਈ ਕਿ ਮੈਨੂੰ ਠੁਕਰਾਇਆ ਨਹੀਂ ਗਿਆ ਸੀ। ਨੈਲਸਨ ਮੰਡੇਲਾ ਨੇ ਕਿਹਾ, ਮੈਨੂੰ ਮੇਰੀ ਕਾਮਯਾਬੀ ਤੋਂ ਨਾ ਜਾਣੋ, ਮੈਨੂੰ ਇਹਦੇ ਤੋਂ ਜਾਣੋ ਕਿ ਮੈਂ ਕਿੰਨੀ ਵਾਰ ਡਿੱਗਿਆ ਅਤੇ ਫਿਰ ਉੱਪਰ ਉੱਠਿਆ ਹਾਂ। ਮੇਰਾ ਕਦੇ ਵੀ ਚੰਗਾ ਸੰਬੰਧ ਨਹੀਂ ਸੀ ਆਪਣੇ ਮਾਪਿਆਂ ਨਾਲ, ਅਤੇ ਮੇਰੀ ਸੱਚਮੁੱਚ ਕਦੇ ਆਪਣੇ ਪਿਤਾ ਨਾਲ ਨਹੀਂ ਬਣੀ, ਅਤੇ ਉਹ ਜ਼ਿਆਦਾਤਰ ਮੇਰੇ ਜੀਵਨ 'ਚੋਂ ਗਾਇਬ ਸਨ। ਜਾਂ ਤੇ ਨਸ਼ੇ 'ਚ ਜਾਂ ਕਿਸੇ ਹੋਰ ਜਨਾਨੀ ਨਾਲ। ਬਹੁਤ ਬੁਰਾ ਹਾਲ ਸੀ। ਉਹਦੇ ਬਾਅਦ ਜਦ ਮੈਂ ਇੱਕ ਮਸੀਹੀ ਬਣਿਆ, ਮੈਂ ਆਪਣੇ ਪਿਤਾ ਨਾਲ ਇਹ ਸੰਬੰਧ ਚਾਹੁੰਦਾ ਸਾਂ। ਮੈਂ ਉਹਨਾਂ ਨੂੰ ਪਰਤ ਆਪਣੇ ਜੀਵਨ 'ਚ ਚਾਹੁੰਦਾ ਸਾਂ। ਮੈਨੂੰ ਉਹਨਾਂ ਨੂੰ ਲੱਭਣਾ ਪਿਆ ਜੋ ਮੈਂ ਕੀਤਾ। ਉਹ ਮੈਕਸਫੀਲਡ ਵਿੱਚ ਇੱਕ ਰਿਟਾਇਰ ਬੰਦਿਆਂ ਵਾਲੇ ਫਲੈਟ ਵਿੱਚ ਇਕੱਲੇ ਰਹਿੰਦੇ ਸਨ, ਅਤੇ ਮੈਂ ਸੋਚਿਆ ਕਿ ਮੇਰੇ ਵਾਂਗ ਉਹ ਵੀ ਬਦਲ ਗਏ ਹੋਣਗੇ। ਉਹ ਨਹੀਂ ਬਦਲੇ ਸਨ। ਉਹ ਹੋਰ ਵੀ ਚਿੱਟੜੇ ਸਨ, ਹੋਰ ਬੁੱਢੇ ਸਨ, ਵੱਧ ਪੀ ਰਹੇ ਸਨ। ਉਹ ਬਹੁਤ ਘਟੀਆ, ਉੱਚੀਆਂ ਕੋੜੀਆਂ ਗੱਲਾਂ ਕਰਦੇ ਸਨ। ਉਹ ਬਿਲਕੁਲ ਉੱਦਾਂ ਸਨ ਜਿਵੇਂ ਮੈਨੂੰ ਯਾਦ ਸੀ। ਮੈਂ ਉਹਨਾਂ ਨੂੰ ਆਪਣੇ ਘਰ ਆਉਣ ਲਈ ਕਿਹਾ ਜੋ ਲੰਡਨ ਵਿਖੇ ਸੀ, ਤੇ ਉਹ ਆਉਣ ਲਈ ਟ੍ਰੇਨ ਫੜਦੇ ਤੇ ਮੈਂ ਉਹਨਾਂ ਨੂੰ ਈਸਟਰਨ ਸਟੇਸ਼ਨ ਤੋਂ ਲੈਣ ਜਾਂਦਾ। ਹਰ ਵਾਰ ਮੈਂ ਉਹਨਾਂ ਨੂੰ ਪਲੇਟਫਾਰਮ ਤੇ ਮਿਲਦਾ, ਮੈਂ ਉਹਨਾਂ ਨੂੰ ਲੈਣ ਜਾਂਦਾ। ਜਦੋਂ ਉਤਰ ਰਹੇ ਹੁੰਦੇ, ਉਹ ਸ਼ਿਕਾਇਤਾਂ ਕਰਦੇ, ਬੁੜ ਅਤੇ ਨੁਕਤਾਚੀਨੀ ਕਰਦੇ ਤੇ ਥੋੜੇ ਟੱਲੀ ਹੁੰਦੇ। ਇੱਕ ਚੀਜ਼ ਜਿਹਦੇ ਬਾਰੇ ਉਹ ਹਮੇਸ਼ਾ ਰੋਂਦੇ ਸਨ, ਉਹ ਸਨ ਪੈਸੇ। ਇੱਕ ਵਾਰ ਜਦੋਂ ਰਹਿਣ ਆਏ ਤਾਂ ਉਹ ਬਿਮਾਰ ਪੈ ਗਏ ਤੇ ਉਹਨਾਂ ਨੂੰ ਇੱਕ ਹਸਪਤਾਲ ਜਾਣਾ ਪਿਆ। ਉਹ ਫਿਰ ਇੱਕ ਹਫ਼ਤੇ ਰਹੇ। ਉਹ ਬੁਰੇ ਸੁਪਨੇ ਵਰਗਾ ਸੀ। ਮੈਂ ਚਾਹੁੰਦਾ ਸੀ ਕਿ ਉਹ ਘਰ ਪਰਤ ਜਾਣ ਜਦ ਚੰਗੇ ਹੋ ਜਾਣ। ਸੋ ਅਸੀਂ ਉਹਨਾਂ ਨੂੰ ਹਿਊਸਟਨ ਸਟੇਸ਼ਨ ਲੈ ਗਏ। ਮੈਂ ਉਹਨਾਂ ਨੂੰ ਟ੍ਰੇਨ ਤੇ ਚੜਾਇਆ ਤੇ ਉਹਨਾਂ ਨੂੰ ਬਿਠਾਇਆ, ਤੇ ਟ੍ਰੇਨ ਦੇ ਡੱਬੇ ਵਿੱਚ ਮੇਰੇ ਤੋਂ ਆਪਣੇ ਪਿਤਾ ਲਈ ਪ੍ਰੇਮ ਦੀ ਭਾਵਨਾ ਹਾਵੀ ਹੋ ਗਈ। ਉਹ ਸੱਚਮੁੱਚ ਅਜੀਬ ਸੀ। ਮੈਂ ਉੱਥੇ ਤਕਰੀਬਨ ਰੋਣ ਹੀ ਲੱਗ ਪਿਆ। ਮੈਂ ਉਹਨਾਂ ਨੂੰ ਵੇਖਿਆ ਤਾਂ ਮੈਨੂੰ ਉਹਨਾਂ ਲਈ ਬਹੁਤ ਦੁੱਖ ਅਨੁਭਵ ਹੋਇਆ ਕਿ ਸਾਡੇ 'ਚ ਕਦੇ ਸੰਬੰਧ ਨਹੀਂ ਸੀ। ਮੈਨੂੰ ਇੱਕ ਵਾਰ ਵੀ
ਆਪਣੇ ਪਿਤਾ ਨਾਲ ਰੋਟੀ ਖਾਣਾ ਯਾਦ ਨਹੀਂ ਸੀ, ਮੈਨੂੰ ਉਹ ਸਭ ਗੱਲਾਂ ਯਾਦ ਆ ਗਈਆਂ। ਮੇਰੇ ਦਿਲ 'ਚ ਇਹ ਖਿਆਲ ਆਇਆ ਕਿ ਮੈਂ ਉਹਨਾਂ ਨੂੰ ਮੈਨਚੈਸਟਰ ਦੂਜੇ ਦਰਜੇ ਦੀ ਥਾਂ ਪਹਿਲੇ ਦਰਜੇ ਰਾਹੀਂ ਭੇਜਾਂ। ਮੈਂ ਮੈਨਚੈਸਟਰ ਲਈ ਇੱਕ ਬਹੁਤ ਮਹਿੰਗੀ ਸਿੰਗਲ ਪਹਿਲੇ ਦਰਜੇ ਦੀ ਟਿਕਟ ਮੁੱਲ ਲਈ। ਮੈਂ ਉਹਨਾਂ ਨੂੰ ਪਹਿਲੇ ਦਰਜੇ ਦੇ ਡੱਬੇ ਤੱਕ ਲੈ ਗਿਆ ਤੇ ਉਹਨਾਂ ਨੂੰ ਬਿਠਾਇਆ ਅਤੇ ਉਹਨਾਂ ਦੇ ਸਿਰ ਨੂੰ ਚੁੰਮਿਆ। ਜਦ ਅਸੀਂ ਪਲੇਟਫਾਰਮ ਤੇ ਖੜੇ ਸਾਂ, ਅਮੈਂਡਾ ਨੇ ਮੈਨੂੰ ਪੁੱਛਿਆ, ਇਹ ਤੁਸੀਂ ਕੀ ਕਰ ਰਹੇ ਹੋ? ਮੈਂ ਕਿਹਾ, ਮੈਂ ਬਿਲਕੁਲ ਨਹੀਂ ਜਾਣਦਾ, ਮੈਂ ਬਸ ਆਪਣੇ ਪਿਤਾ ਨੂੰ ਪ੍ਰਸੰਨ ਵੇਖਣਾ ਚਾਹੁੰਦਾ ਸਾਂ। ਅਤੇ ਜਦ ਮੈਂ ਉਹਨਾਂ ਨੂੰ ਡੱਬੇ ਦੀ ਬਾਰੀ 'ਚੋਂ ਵੇਖਿਆ, ਮੈਂ ਵੇਖਿਆ ਕਿ ਉਹਨਾਂ ਨੇ ਆਪਣੀ ਹੈਟ ਲਾ ਦਿੱਤੀ ਸੀ ਜੋ ਹਮੇਸ਼ਾ ਪਾਉਂਦੇ ਸਨ। ਉਹਨਾਂ ਨੇ ਉਹ ਲਾ ਕੇ ਉਹਨੂੰ ਮੇਜ਼ ਤੇ ਰੱਖਿਆ ਸੀ। ਉਹਨਾਂ ਨੇ ਰਿਕਲਾਈਨ ਬਟਨ ਦਬਾਇਆ ਅਤੇ ਆਪਣੀ ਕੁਰਸੀ ਤੇ ਆਰਾਮ ਨਾਲ ਲੇਟ ਗਏ। ਉਸ ਤੋਂ ਬਾਅਦ ਉਹਨਾਂ ਨੇ ਇਸ਼ਾਰਾ ਕੀਤਾ ਤਾਂ ਕੁਝ ਵੇਟਰ ਉਹਨਾਂ ਲਈ ਇੱਕ ਕੱਪ ਚਾਹ ਅਤੇ ਕੁਝ ਬਿਸਕੁਟ ਲਿਆਏ। ਉਹਦੇ ਨਾਲ ਉਹਨਾਂ ਨੇ ਅਖਬਾਰ ਕੱਢਿਆ ਤੇ ਉਹ ਪੜ੍ਹਨ ਲੱਗੇ ਅਤੇ ਜਦ ਉਹ ਇਹ ਕਰ ਰਹੇ ਸਨ, ਉਹ ਮੈਨੂੰ ਬਾਰੀ 'ਚੋਂ ਵੇਖਣ ਲਈ ਮੁੜੇ ਤੇ ਉਹਨਾਂ ਦੇ ਚਿਹਰੇ ਤੇ ਉਹ ਸਭ ਤੋਂ ਵੱਡੀ ਮੁਸਕਰਾਹਟ ਸੀ ਜੋ ਮੈਂ ਕਦੇ ਵੇਖੀ ਸੀ। ਇਦਾਂ ਸੀ ਜਿਵੇਂ ਹਰ ਜਨਮ ਦਿਨ ਉਹ ਸਭ ਅਤੇ ਹਰ ਕ੍ਰਿਸਮਸ ਇਕੱਠੇ ਆ ਗਏ ਸਨ। ਉਹ ਬਹੁਤ ਪ੍ਰਸੰਨ ਸਨ। ਉਹ ਅਖੀਰਲੀ ਵਾਰ ਸੀ ਜਦ ਮੈਂ ਆਪਣੇ ਪਿਤਾ ਨੂੰ ਵੇਖਿਆ ਸੀ। 3 ਹਫ਼ਤੇ ਬਾਅਦ ਉਹ ਉਸ ਰਿਟਾਇਰ ਲੋਕਾਂ ਵਾਲੇ ਫਲੈਟ ਵਿੱਚ ਇਕੱਲੇ ਦਿਲ ਦੇ ਵੱਡੇ ਦੌਰੇ ਕਰਕੇ ਮਰ ਗਏ। ਮੈਂ ਹੁਣ ਹਮੇਸ਼ਾ ਸੋਚਦਾ ਕਿ ਉਹ ਮੇਰਾ ਵਿਚਾਰ ਸੀ ਕਿ ਮੈਂ ਸੋਚਿਆ ਕਿ ਮੈਂ ਉਹਨਾਂ ਨੂੰ ਟਿਕਟ ਲੈ ਦੇਵਾਂ ਜਾਂ ਪਰਮੇਸ਼ਵਰ ਮੇਰਾ ਮਾਰਗਦਰਸ਼ਨ ਕਰ ਰਹੇ ਸਨ। ਮੈਨੂੰ ਆਪਣੇ ਪਿਤਾ ਨਾਲ ਸੱਚੀ ਸ਼ਾਂਤੀ ਹੈ। ਇਹਨਾਂ ਸਾਲਾਂ ਦੀ ਬਹਿਸ, ਲੜਨ, ਪੀਣ ਅਤੇ ਜਨਾਨੀਆਂ ਪਿੱਛੇ ਫਿਰਨ ਵਗੈਰਾ ਦੇ ਬਾਅਦ ਮੇਰੇ ਕੋਲ ਆਪਣੇ ਪਿਤਾ ਦੀ ਇੱਕੋ ਛਵੀ, ਉਹ ਤਸਵੀਰ ਹੈ ਉਹਨਾਂ ਦੇ ਚਿਹਰੇ ਦੀ, ਟ੍ਰੇਨ ਦੇ ਡੱਬੇ 'ਚੋਂ ਬਾਹਰ ਵੇਖਦੇ ਹੋਏ ਜਦੋਂ ਚੱਲ ਪਈ ਸੀ। ਉਹ ਮੰਜ਼ਰ ਮੈਂ ਕਦੇ ਵੀ ਨਹੀਂ ਭੁੱਲ ਸਕਦਾ, ਕਦੇ ਵੀ ਨਹੀਂ। ਮੈਂ ਨਿਰਦੇਸ਼ ਸਮਝਣ ਵਿੱਚ ਬਹੁਤ ਹੁਸ਼ਿਆਰ ਨਹੀਂ ਹਾਂ। ਮੈਂ ਹਮੇਸ਼ਾ ਗਵਾਚ ਜਾਂਦਾ, ਇਸ ਲਈ ਮੈਨੂੰ ਨਕਸ਼ਾ ਵਾਪਰ ਕੇ ਬਹੁਤ ਮਦਦ ਮਿਲਦੀ ਹੈ। ਇਸ ਲਈ ਜਦ ਵੀ ਮੈਂ ਗਲਤ ਰਾਹ ਤੇ ਜਾਂਦਾ ਹਾਂ, ਉਹ ਮੈਨੂੰ ਸਹੀ ਰਾਹ ਤੇ ਲਿਆਉਂਦਾ ਹੈ। ਉਹਦੇ ਵਿੱਚ ਬਹੁਤ ਜ਼ਿਆਦਾ ਧੀਰਜ ਹੈ। ਉਹ ਵੱਖ-ਵੱਖ ਰਾਹਾਂ ਲੱਭਦਾ ਰਹਿੰਦਾ ਹੈ। ਬੇਸ਼ੱਕ ਤੁਸੀਂ ਉਹਨੂੰ ਬੰਦ ਕਰ ਸਕਦੇ ਹੋ, ਅਣਦੇਖਾ ਕਰ ਸਕਦੇ ਹੋ, ਪਰ ਜੇ ਉਹਦੇ ਅਨੁਸਾਰ ਚੱਲੋ ਤਾਂ ਤੁਸੀਂ ਜ਼ਿਆਦਾਤਰ ਵੱਧ ਆਨੰਦਦਾਈ ਯਾਤਰਾ ਕਰਦੇ ਹੋ। ਪਰਮੇਸ਼ਰ ਨਾਲ ਵੀ ਥੋੜਾ ਇਦਾਂ ਹੀ ਹੁੰਦਾ ਹੈ। ਅਸੀਂ ਹੋਰ ਤੁਲਨਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਿਸੇ ਮਸ਼ੀਨ ਨਾਲ ਨਹੀਂ ਨਿਪਟ ਰਹੇ ਹੁੰਦੇ, ਬਲਕਿ ਇੱਕ ਪ੍ਰੇਮ ਕਰਨ ਵਾਲੇ ਪਰਮੇਸ਼ਰ ਨਾਲ ਨਿਪਟਦੇ ਹਾਂ। ਇਹ ਪਰਮੇਸ਼ਰ ਨਾਲ ਇੱਕ ਸੰਬੰਧ ਹੈ ਤੇ ਉਹਨਾਂ ਦਾ ਤੁਹਾਡੇ ਲਈ ਇੱਕ ਮਕਸਦ ਹੈ ਅਤੇ ਉਹਨਾਂ 'ਚ ਬੇਅੰਤ ਧੀਰਜ ਹੈ। ਮੈਂ ਤੈਨੂੰ ਸਮਝ ਦੇਵਾਂਗਾ ਅਤੇ ਜਿਸ ਰਾਹ ਉੱਤੇ ਤੈਨੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ। ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦੇਵਾਂਗਾ। ਪਰਮੇਸ਼ਵਰ ਵਿਵਹਾਰਿਕ ਤਰੀਕੇ ਸਾਡਾ ਮਾਰਗਦਰਸ਼ਨ ਕਿਵੇਂ ਕਰਦੇ ਹਨ? ਉਹ ਅਸਲ 'ਚ ਇੱਕ ਸੰਬੰਧ ਹੈ ਅਤੇ ਉਹ ਸਾਡੇ ਨਾਲ ਗੱਲ ਕਰਦੇ ਹਨ, ਪਰ ਅਸੀਂ ਉਹਨਾਂ ਦੀ ਆਵਾਜ਼ ਕਿਵੇਂ ਸੁਣਦੇ ਹਾਂ? ਮੈਂ ਵੇਖਿਆ ਕਿ ਪਰਮੇਸ਼ਵਰ 5 ਵਿਵਹਾਰਿਕ ਤਰੀਕਿਆਂ ਰਾਹੀਂ ਸਾਡੇ ਨਾਲ ਗੱਲ ਕਰਦੇ ਹਨ। ਕਈ ਵਾਰ ਉਹ ਉਹਨਾਂ 5 'ਚੋਂ ਇੱਕ ਤਰੀਕਾ ਹੁੰਦਾ ਹੈ। ਕਈ ਵਾਰ ਕਿਸੇ ਵੱਡੇ ਫੈਸਲੇ ਦੇ ਲਈ ਉਹ 5 ਅਤੇ ਪਹਿਲਾ ਹੈ ਹੁਕਮ ਦੇਣ ਵਾਲਾ ਵਚਨ। ਜ਼ਬੂਰ ਲੇਖਕ ਕਹਿੰਦਾ ਹੈ, ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ 'ਚ ਚਾਨਣਾ ਹੈ। ਬਾਈਬਲ ਹੈ ਪਰਮੇਸ਼ਵਰ ਦਾ ਬੋਲਣਾ। ਜਦੋਂ ਤੋਂ ਮੈਂ ਮਸੀਹੀ ਬਣਿਆ ਹਾਂ, ਮੈਂ ਵੇਖਿਆ ਹੈ ਕਿ ਉਹ ਅਹਿਮ ਤਰੀਕਾ ਹੈ ਜਿਹਦੇ ਰਾਹੀਂ ਪਰਮੇਸ਼ਵਰ ਨੇ ਮੇਰਾ ਮਾਰਗਦਰਸ਼ਨ ਕੀਤਾ ਹੈ, ਅਰਥਾਤ ਆਪਣੇ ਵਚਨ ਰਾਹੀਂ। ਜਦ ਅਸੀਂ ਇਹ ਪੜ੍ਹਦੇ ਹਾਂ, ਅਸੀਂ ਉਹਨਾਂ ਨੂੰ ਸਾਡੇ ਨਾਲ ਆਪਣੇ ਪ੍ਰੇਮ ਬਾਰੇ ਬੋਲਦਾ ਸੁਣਦੇ ਹਾਂ ਕਿ ਅਸੀਂ ਕਿਵੇਂ ਉਹਨਾਂ ਦੇ ਬੱਚੇ ਹਾਂ ਅਤੇ ਉਹਨਾਂ ਨੂੰ ਪਿਆਰੇ ਹਾਂ। ਅਸੀਂ ਵੇਖਦੇ ਹਾਂ ਕਿ ਉਹਨਾਂ ਦਾ ਸਾਡੇ 'ਚੋਂ ਹਰੇਕ ਦੇ ਲਈ ਇਹ ਮਕਸਦ ਹੈ ਕਿ ਅਸੀਂ ਉਹਨਾਂ ਦੇ ਲਈ, ਆਪਣੇ ਲਈ ਪ੍ਰੇਮ ਨੂੰ ਜਾਣੀਏ ਅਤੇ ਬਦਲੇ ਵਿੱਚ ਉਹਨਾਂ ਨੂੰ ਪ੍ਰੇਮ ਕਰੀਏ। ਇੱਦਾਂ ਅਸੀਂ ਆਪਣੇ ਜੀਵਨ ਦਾ ਅਰਥ ਅਤੇ ਮਕਸਦ ਜਾਣਦੇ ਹਾਂ। ਪਰਮੇਸ਼ਵਰ ਨਾਲ ਇੱਕ ਪਿਆਰ ਭਰੇ ਸੰਬੰਧ ਵਿੱਚ ਨਾਲੇ ਸਾਨੂੰ ਹੋਰਾਂ ਨੂੰ ਪ੍ਰੇਮ ਕਰਨ ਦਾ ਸੱਦਾ ਹੈ। ਆਪਣੇ ਪਰਿਵਾਰ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਗੁਆਂਢੀ ਨੂੰ ਅਤੇ ਆਪਣੇ ਵੈਰੀ ਨੂੰ ਅਸੀਂ ਕਈ ਵੱਖ ਤਰੀਕਿਆਂ ਰਾਹੀਂ ਪਿਆਰ ਕਰ ਸਕਦੇ ਹਾਂ। ਦਇਆ ਦੇ ਨਿੱਕੇ ਕੰਮਾਂ ਰਾਹੀਂ ਦੁਨੀਆ ਵਿੱਚ ਬਹੁਤ ਲੋਕ ਸੰਘਰਸ਼ ਕਰ ਰਹੇ ਹਨ ਅਤੇ ਦਇਆ ਦੇ ਨਿੱਕੇ ਕੰਮਾਂ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਉਹ ਬਿਹਤਰ ਬਣਾ ਸਕਦੇ ਹਨ ਕਿਸੇ ਬੰਦੇ ਦੇ ਦਿਨ ਜਾਂ ਫਿਰ ਉਸ ਦੇ ਪੂਰੇ ਜੀਵਨ ਨੂੰ। ਉਹਦੇ ਇਲਾਵਾ ਅਸੀਂ ਇਸ ਕਿਤਾਬ 'ਚ ਵੇਖਦੇ ਹਾਂ ਕਿ ਪਰਮੇਸ਼ਵਰ ਦਾ ਸਾਡੇ ਜੀਵਨਾਂ ਲਈ ਇਹ ਮਕਸਦ ਹੈ ਕਿ ਅਸੀਂ ਯਿਸੂ ਵਾਂਗ ਬਣੀਏ, ਜਿਵੇਂ ਕਿ ਸਾਨੂੰ ਅਜਿਹੇ ਮਨੁੱਖ ਬਣਨਾ ਹੈ ਜੋ ਕਿ ਨੈਤਿਕ ਹੋਣ। ਕੁਝ ਗੱਲਾਂ ਹਨ ਜਿਨ੍ਹਾਂ ਬਾਰੇ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਨਹੀਂ। ਤੁਹਾਨੂੰ ਇਸ ਬਾਰੇ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਕਿ ਤੁਹਾਨੂੰ ਟੈਕਸ ਭਰਨਾ ਚਾਹੀਦਾ ਜਾਂ ਨਹੀਂ। ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ, ਪ੍ਰਭੂ ਮੈਂ ਇਸ ਸਾਲ ਆਪਣੇ ਟੈਕਸ ਭਰਾਂ ਜਾਂ ਨਹੀਂ। ਇੱਥੇ ਕਿਹਾ ਹੈ ਕਿ ਸਾਨੂੰ ਆਪਣੇ ਟੈਕਸ ਭਰਨੇ ਚਾਹੀਦੇ ਨੇ। ਮੈਂ ਇੱਕ ਬੰਦੇ ਬਾਰੇ ਸੁਣਿਆ ਜੋ ਨਵਾਂ ਮਸੀਹੀ ਬਣਿਆ ਸੀ। ਉਹਨੇ ਟੈਕਸ ਵਿਭਾਗ ਨੂੰ ਇੱਕ ਪੱਤਰ ਲਿਖਿਆ। ਉਹਨੇ ਕਿਹਾ, ਜਨਾਬ ਮੈਂ ਨਵਾਂ ਮਸੀਹੀ ਬਣਿਆ ਹਾਂ ਅਤੇ ਮੈਂ ਵੇਖਿਆ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਸੋ ਮੈਂ ਉਹ 100 ਪਾਉਂਡ ਭੇਜ ਰਿਹਾ ਜੋ ਮੈਂ ਤੁਹਾਨੂੰ ਦੇਣੇ।
ਹਨ। ਅੱਗੇ ਲਿਖਿਆ, ਜੇ ਮੈਨੂੰ ਅਜੇ ਵੀ ਨੀਂਦ ਨਾ ਆਏ ਮੈਂ ਬਾਕੀ ਦੇ ਵੀ ਭੇਜ ਦਿਆਂਗਾ। ਸੋ ਮੈਂ ਇਸ ਕਿਤਾਬ ਤੋਂ ਹੁਕਮ ਦੇਣ ਵਾਲੇ ਵਚਨ ਤੋਂ ਇਹ ਗੱਲਾਂ ਜਾਣਦਾ ਹਾਂ। ਅਸੀਂ ਜਾਣਦੇ ਹਾਂ ਪਰਮੇਸ਼ਰ ਚਾਹੁੰਦੇ ਨੇ ਤੁਸੀਂ ਜੀਵਨ 'ਚ ਚੰਗੇ ਕੰਮ ਕਰੋ। ਤੁਹਾਡਾ ਚੰਗਾ ਕੰਮ ਰਾਹੀਂ ਬਚਾਓ ਨਹੀਂ ਹੁੰਦਾ, ਸਗੋਂ ਇਸ ਲਈ ਹੁੰਦਾ ਹੈ ਕਿ ਤੁਸੀਂ ਚੰਗਾ ਕਰੋ ਅਤੇ ਪਰਮੇਸ਼ਵਰ ਦੀ ਤੁਹਾਡੇ ਲਈ ਇੱਕ ਬਹੁਤ ਹੀ ਅਨੋਖੀ ਯੋਜਨਾ ਹੈ, ਇੱਕ ਬਹੁਤ ਹੀ ਅਨੋਖਾ ਮਕਸਦ ਹੈ। ਪਰਮੇਸ਼ਵਰ ਤੁਹਾਡੇ ਤੋਂ ਚੰਗੇ ਅਤੇ ਅਨੋਖੇ ਕੰਮ ਕਰਵਾਉਣਾ ਚਾਹੁੰਦੇ ਨੇ। ਜਦ ਮਾਰਗ ਦਰਸ਼ਨ ਲੱਭਣ ਦੀ ਗੱਲ ਆਉਂਦੀ ਹੈ, ਸਾਨੂੰ ਸ਼ਾਇਦ ਪ੍ਰਲੋਭਨ ਹੋਵੇ ਕਿ ਬਾਈਬਲ ਚੁੱਕ ਕੇ ਕੋਈ ਵੀ ਪੰਨਾ ਖੋਲ ਕੇ ਕਿਸੇ ਵਚਨ ਵੱਲ ਇਸ ਆਸਾਂ ਨਾਲ ਇਸ਼ਾਰਾ ਕਰੀਏ ਕਿ ਉਹ ਸ਼ਾਇਦ ਸਾਡੇ ਨਾਲ ਬੋਲੇ, ਪਰ ਉਹ ਕੁਝ ਕਰਨ ਦਾ ਸਹੀ ਤਰੀਕਾ ਨਹੀਂ ਹੈ, ਕਿਉਂਕਿ ਉਹਦਾ ਨਤੀਜਾ ਗਲਤ ਹੋ ਸਕਦਾ ਹੈ ਜੋ ਪਰਮੇਸ਼ਰ ਸਾਨੂੰ ਕਹਿਣਾ ਚਾਹ ਰਹੇ ਹਨ। ਸੋ ਤੁਸੀਂ ਆਪਣੇ ਜੀਵਨ ਲਈ ਪਰਮੇਸ਼ਰ ਦਾ ਮਕਸਦ ਕਿਵੇਂ ਜਾਣਦੇ ਹੋ? ਪਰਮੇਸ਼ਵਰ ਦਾ ਸਾਡਾ ਮਾਰਗਦਰਸ਼ਨ ਕਰਨ ਦਾ ਦੂਜਾ ਤਰੀਕਾ ਹੈ ਆਪਣੇ ਦਬਾਅ ਪਾਉਣ ਵਾਲੇ ਆਤਮਾ ਦੁਆਰਾ। ਰਸੂਲਾਂ ਦੇ ਕਰਤੱਵ 20:22 ਚ ਪੌਲੁਸ ਕਹਿੰਦੇ ਨੇ, ਵੇਖੋ ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਉੱਤੇ ਕੀ ਬੀਤੇਗਾ। ਮਸੀਹੀ ਦਾ ਇੱਕ ਅਰਥ ਹੈ ਉਹ ਬੰਦਾ ਜੋ ਪਵਿੱਤਰ ਆਤਮਾ ਦੀ ਅਗਵਾਈ ਲੈਂਦਾ ਹੈ। ਜਦ ਤੁਸੀਂ ਯਿਸੂ ਨੂੰ ਮਿਲਦੇ ਹੋ ਅਤੇ ਉਹਨਾਂ ਦੇ ਆਤਮਾ ਨੂੰ ਆ ਕੇ ਆਪਣੇ 'ਚ ਰਹਿਣ ਨੂੰ ਕਹਿੰਦੇ ਹੋ, ਉਹਨਾਂ ਦਾ ਆਤਮਾ ਤੁਹਾਡੇ ਨਾਲ ਗੱਲ ਕਰਨਾ ਅਤੇ ਤੁਹਾਡਾ ਮਾਰਗਦਰਸ਼ਨ ਆਰੰਭ ਕਰਦਾ ਹੈ। ਯਿਸੂ ਕਹਿੰਦੇ ਨੇ ਕਿ ਉਹਨਾਂ ਦੀਆਂ ਭੇਡਾਂ ਉਹਨਾਂ ਦੀ ਆਵਾਜ਼ ਪਛਾਣ ਲੈਣਗੀਆਂ। ਇਹ ਇੱਦਾਂ ਹੈ ਜਿਵੇਂ ਕੋਈ ਅਣਜਾਤਾ ਬੰਦਾ ਤੁਹਾਨੂੰ ਫੋਨ ਕਰਦਾ ਹੈ, ਤੁਸੀਂ ਉਹਦੀ ਆਵਾਜ਼ ਨਹੀਂ ਪਛਾਣਦੇ। ਜੇ ਮੇਰੀ ਪਤਨੀ ਪਿਪਾ ਮੈਨੂੰ ਫੋਨ ਕਰਦੀ ਹੈ, ਉਹਦੇ ਹੈਲੋ ਕਹਿੰਦੇ ਹੀ ਮੈਂ ਉਹਦੀ ਆਵਾਜ਼ ਪਛਾਣ ਲੈਂਦਾ। ਤੁਸੀਂ ਯਿਸੂ ਨੂੰ ਜਿੰਨਾ ਵੱਧ ਪਛਾਣਦੇ ਹੋ ਓਨਾ ਹੀ ਵੱਧ ਉਹਨਾਂ ਦੀ ਆਵਾਜ਼ ਨੂੰ ਤੁਸੀਂ ਪਛਾਣਦੇ ਹੋ। ਪਵਿੱਤਰ ਆਤਮਾ ਸਾਡੇ ਨਾਲ ਗੱਲ ਕਰਦੇ ਹਨ ਜਿਵੇਂ ਅਸੀਂ ਬਾਈਬਲ ਪੜ੍ਹਦੇ ਅਤੇ ਪ੍ਰਾਰਥਨਾ ਕਰਦੇ ਹਾਂ। ਰਸੂਲਾਂ ਦੇ ਕਰਤੱਵ 13:2 ਅਨੁਸਾਰ ਜਾਂ ਉਹ ਪ੍ਰਭੂ ਦੀ ਉਸਤਤ ਕਰਦੇ ਸਨ, ਪਵਿੱਤਰ ਆਤਮਾ ਨੇ ਉਹਨਾਂ ਨਾਲ ਗੱਲ ਕੀਤੀ। ਪ੍ਰਾਰਥਨਾ ਦੋ ਪਾਸਿਆਂ ਦੀ ਗੱਲਬਾਤ ਹੈ। ਉਹ ਇੱਦਾਂ ਹੈ ਜਿਵੇਂ ਅਸੀਂ ਡਾਕਟਰ ਕੋਲ ਜਾਂਦੇ ਹਾਂ। ਅਸੀਂ ਡਾਕਟਰ ਕੋਲ ਜਾ ਕੇ ਉਹਨਾਂ ਅੱਗੇ ਸਾਰੀਆਂ ਸ਼ਿਕਾਇਤਾਂ ਅਤੇ ਬੇਨਤੀਆਂ ਬੋਲ ਕੇ ਉੱਥੋਂ ਨਿਕਲ ਨਹੀਂ ਜਾਂਦੇ ਹਾਂ। ਅਸੀਂ ਬੋਲਦੇ ਹਾਂ ਪਰ ਇਹ ਸੁਣਨ ਲਈ ਵੀ ਉਡੀਕਦੇ ਹਾਂ ਕਿ ਡਾਕਟਰ ਨੇ ਸਾਨੂੰ ਕੀ ਕਹਿਣਾ ਹੈ। ਪ੍ਰਾਰਥਨਾ ਵੇਲੇ ਵੀ ਇਹੋ ਹੁੰਦਾ ਹੈ। ਉਹ ਕੇਵਲ ਸਾਡਾ ਪਰਮੇਸ਼ਵਰ ਨਾਲ ਗੱਲ ਕਰਨਾ ਨਹੀਂ ਹੈ, ਅਸੀਂ ਵੀ ਸੁਣਦੇ ਹਾਂ ਕਿ ਪਰਮੇਸ਼ਵਰ ਸਾਨੂੰ ਕੀ ਕਹਿਣਾ ਚਾਹੁੰਦੇ ਨੇ। ਇਸ ਲਈ ਮੈਂ ਵੇਖਿਆ ਕਿ ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਵੇਲੇ ਆਪਣੇ ਕੋਲ ਇੱਕ ਪੈਨ ਅਤੇ ਇੱਕ ਸਫ਼ਾ ਜਾਂ ਨੋਟਬੁੱਕ ਰੱਖਣਾ ਸਹਾਇਕ ਹੁੰਦਾ ਹੈ। ਅੱਜ ਪਵਿੱਤਰ ਆਤਮਾ ਮੈਨੂੰ ਕੋਸ਼ਿਸ਼ ਕਰ ਰਹੇ ਨੇ। ਉਹਦੇ ਇਲਾਵਾ ਪਵਿੱਤਰ ਆਤਮਾ ਕਈ ਵਾਰ ਸਾਡੇ 'ਚ ਕੁਝ ਕਰਨ ਦੀ ਪ੍ਰਬਲ ਇੱਛਾ ਪਾ ਕੇ ਸਾਡਾ ਮਾਰਗਦਰਸ਼ਨ ਕਰਦੇ ਹਨ। ਫਿਲਿੱਪੀਆਂ ਨੂੰ 2:13 ਚ ਪੌਲੁਸ ਕਹਿੰਦੇ ਨੇ, ਪਰਮੇਸ਼ਵਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਅਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ। ਮਸੀਹੀ ਬਣ ਤੋਂ ਪਹਿਲਾਂ ਜੇ ਤੁਸੀਂ ਕਿਹਾ ਹੁੰਦਾ ਕਿ ਮੈਂ ਇੰਗਲੈਂਡ ਦੇ ਗਿਰਜੇ ਦਾ ਪਾਦਰੀ ਬਣਾਂਗਾ, ਮੈਂ ਸੋਚਿਆ ਸੀ ਕਿ ਉਹ ਸਭ ਤੋਂ ਬੱਤਰ ਕੰਮ ਹੈ ਜੋ ਮੈਂ ਕਦੇ ਕਰ ਸਕਦਾ। ਉਹ ਅਕਾਉਣ ਵਾਲਾ ਘਟੀਆ ਤੇ ਭੈੜਾ ਕੰਮ ਸੀ। ਮੈਂ ਬਿਲਕੁਲ ਉਹ ਕਰਨਾ ਨਹੀਂ ਚਾਹੁੰਦਾ ਸੀ। ਪਰ ਜਦ ਆਤਮਾ ਮੇਰੇ 'ਚ ਰਹਿਣ ਆਇਆ, ਉਹਨੇ ਮੈਨੂੰ ਉਹ ਕਰਨ ਦੀ ਪ੍ਰਬਲ ਇੱਛਾ ਦਿੱਤੀ ਜੋ ਮੈਂ ਹੁਣ ਕਰ ਰਿਹਾ। ਉਹਦੇ ਇਲਾਵਾ ਪਰਮੇਸ਼ਵਰ ਕਈ ਵਾਰ ਸਾਡਾ ਕੁਝ ਅਜਿਹੇ ਵੱਖ ਤਰੀਕੇ ਮਾਰਗਦਰਸ਼ਨ ਕਰਦੇ ਹਨ। ਅਗਮ ਵਾਕ ਰਾਹੀਂ ਮਾਰਗਦਰਸ਼ਨ, ਦਰਸ਼ਨ ਰਾਹੀਂ ਮਾਰਗਦਰਸ਼ਨ, ਤਸਵੀਰਾਂ ਰਾਹੀਂ, ਸੁਪਨਿਆਂ ਰਾਹੀਂ, ਨਿਸ਼ਾਨੀਆਂ ਰਾਹੀਂ, ਜਾਂ ਕਈ ਵਾਰ ਕੁਝ ਲੋਕਾਂ ਨੂੰ ਕੋਮਲ ਜਿਹੀ ਆਵਾਜ਼ ਦੇ ਨਾਲ। ਕੁਝ ਸਾਲ ਪਹਿਲਾਂ ਮੈਂ ਲੰਡਨ ਵਿੱਚ ਅੰਗਰੇਜ਼ੀ ਪੜ੍ਹਾਉਣ ਦਾ ਕੰਮ ਕਰਦਾ ਸਾਂ ਤੇ ਮੈਨੂੰ ਆਸਾਂ ਸੀ ਕਿ ਮੈਨੂੰ ਸੰਸਾਰ ਵਿੱਚ ਵਪਾਰ ਤੇ ਆਧਾਰਿਤ ਕੰਮ ਮਿਲੇ। ਕਾਲਜ ਵਿੱਚ ਮੈਂ ਫ੍ਰੈਂਚ ਦਾ ਅਧਿਐਨ ਕੀਤਾ ਸੀ ਤੇ ਫਰਾਂਸ ਵਿੱਚ 1 ਸਾਲ ਗੁਜ਼ਾਰਿਆ ਸੀ ਤੇ ਮੈਂ ਵਾਪਸ ਜਾ ਕੇ ਉੱਥੇ ਕੰਮ ਕਰਨਾ ਚਾਹੁੰਦਾ ਸੀ। ਤੇ ਮੈਨੂੰ ਯਾਦ ਹੈ ਇੱਕ ਸ਼ਾਮ ਮੈਨੂੰ ਗਿਰਜੇ 'ਚ ਇੱਕ ਸਭਾ ਲਈ ਸੱਦਾ ਮਿਲਿਆ ਸੀ। ਉਹਨੇ ਦਿਨ ਮੇਰਾ ਵਿਸ਼ਵਾਸ ਬਹੁਤ ਕਮਜ਼ੋਰ ਸੀ, ਪਰ ਮੈਂ ਫਿਰ ਵੀ ਜਾਣ ਲਈ ਹਾਮੀ ਭਰ ਦਿੱਤੀ। ਉਸ ਸਭਾ ਦੀ ਅਗਵਾਈ ਗਿਰਜੇ ਦਾ ਇੱਕ ਬਹੁਤ ਹੀ ਮੰਨਿਆ ਪਰਮੰਨਿਆ ਆਗੂ ਕਰ ਰਿਹਾ ਸੀ, ਜਿਨ੍ਹਾਂ ਦਾ ਆਪਣੇ ਆਤਮਿਕ ਪਰਖ ਲਈ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਆਪਣੇ ਪ੍ਰਚਾਰ ਤੋਂ ਬਾਅਦ ਉਹਨਾਂ ਨੇ ਕਿਹਾ, ਮੈਨੂੰ ਅਨੁਭਵ ਹੋ ਰਿਹਾ ਹੈ ਕਿ ਤੁਹਾਡੇ ਲਈ ਫਰਾਂਸ ਇੱਕ ਮਹੱਤਵਪੂਰਨ ਥਾਂ ਹੈ। ਮੈਨੂੰ ਉਸ ਵੇਲੇ ਲੱਗਿਆ ਇਹ ਦਿਲਚਸਪ ਹੈ, ਪਰ ਇਹ ਸ਼ਾਇਦ ਇੱਕ ਇਤਫਾਕ ਹੀ ਹੈ। ਫਿਰ ਉਹਨਾਂ ਦੇ ਦਲ ਦੇ ਕੁਝ ਬੰਦਿਆਂ ਨੇ ਮੇਰੇ ਕੋਲ ਆ ਕੇ ਪੁੱਛਿਆ ਕਿ ਕੀ ਉਹ ਮੇਰੇ ਲਈ ਪ੍ਰਾਰਥਨਾ ਕਰ ਸਕਦੇ ਹਨ। ਇੱਕ ਨੇ ਬਾਈਬਲ ਦਾ ਇੱਕ ਵਚਨ ਦੱਸਿਆ ਜੋ ਹਮੇਸ਼ਾ ਮੇਰੇ ਲਈ ਅਹਿਮੀਅਤ ਰੱਖਦਾ ਸੀ। ਇੱਕ ਹੋਰ ਨੇ ਇੱਕ ਤਸਵੀਰ ਦੱਸੀ ਜਿਹਨੇ ਨਿੱਜੀ ਕਾਰਨਾਂ ਕਰਕੇ ਮੇਰੇ ਦਿਲ ਨੂੰ ਛੋਹ ਲਿਆ। ਉਹ ਵੀ ਫਰਾਂਸ ਸੰਬੰਧੀ ਸੀ। ਮੈਨੂੰ ਬਾਅਦ 'ਚ ਪ੍ਰਾਰਥਨਾ ਕਰਕੇ ਪਰਮੇਸ਼ਰ ਨੂੰ ਪੁੱਛਣਾ ਯਾਦ ਹੈ, ਪਰਮੇਸ਼ਰ ਜੇ ਇਹ ਤੁਸੀਂ ਹੋ ਤੇ ਸਹੀ ਹੈ ਤਾਂ ਮੈਨੂੰ ਹੋਰ ਨਿਸ਼ਾਨੀਆਂ ਚਾਹੀਦੀਆਂ ਹਨ। ਮੈਨੂੰ ਫਰਾਂਸ ਵਿੱਚ ਇੱਕ ਨੌਕਰੀ ਚਾਹੀਦੀ ਹੈ। ਮੈਨੂੰ ਅਜਿਹੀ ਨੌਕਰੀ ਚਾਹੀਦੀ ਹੈ ਜੋ ਮੈਨੂੰ ਬਿਜ਼ਨਸ ਕਮਿਊਨੀਕੇਸ਼ਨ ਪੱਖ 'ਚ ਕੰਮ ਕਰਨ ਦੇਵੇ। ਕੁਝ ਚਿਰ ਬਾਅਦ ਮੈਨੂੰ ਇੱਕ ਮਿੱਤਰ ਮਿਲਿਆ ਜੋ ਮੈਨੂੰ ਬਹੁਤ ਚਿਰ ਤੋਂ ਨਹੀਂ ਮਿਲਿਆ ਸੀ ਤੇ ਮੈਂ ਉਹਨੂੰ ਆਪਣੀ ਮਨਪਸੰਦ ਨੌਕਰੀ ਦੇ ਬਾਰੇ ਦੱਸਿਆ। ਉਹਨੇ ਕਿਹਾ, ਅਜੀਬ ਗੱਲ ਹੈ,
ਮੈਂ ਹੁਣੇ ਆਪਣੀ ਆਂਟੀ ਨਾਲ ਗੱਲ ਕਰ ਰਿਹਾ ਸਾਂ ਜੋ ਪੈਰਿਸ ਦੇ ਕੋਲ ਅਜਿਹੀ ਕੰਪਨੀ ਚਲਾਉਂਦੀ ਹੈ ਜਿਹਦਾ ਕਾਰਪੋਰੇਟ ਕਮਿਊਨੀਕੇਸ਼ਨ 'ਚ ਬਹੁਤ ਨਾਮ ਸੀ। ਮੈਂ ਉਹਨਾਂ ਦੇ ਬਾਰੇ ਜਾਣਕਾਰੀ ਲਈ ਤੇ ਉਹਨਾਂ ਨੂੰ ਆਪਣਾ ਰੈਜ਼ਿਊਮੇ ਭੇਜਿਆ। ਮੇਰਾ ਇੰਟਰਵਿਊ ਲਿਆ ਗਿਆ ਤੇ ਮੈਨੂੰ ਬਿਜ਼ਨਸ ਸਕੂਲ ਇਨ ਕਾਰਪੋਰੇਟ ਟ੍ਰੇਨਿੰਗ ਵਿੱਚ ਨੌਕਰੀ ਦਾ ਆਫਰ ਮਿਲ ਗਿਆ। ਅੱਜ ਮੈਨੂੰ ਸੋਚਣ ਤੇ ਸਮਝ ਆਉਂਦੀ ਹੈ ਕਿ ਪਰਮੇਸ਼ਰ ਵੱਖ-ਵੱਖ ਤਰੀਕਿਆਂ ਰਾਹੀਂ ਮੇਰਾ ਮਾਰਗਦਰਸ਼ਨ ਕਰ ਰਹੇ ਸਨ। ਬਾਈਬਲ ਰਾਹੀਂ, ਪ੍ਰਾਰਥਨਾ ਰਾਹੀਂ, ਹੋਰ ਮਸੀਹਾਂ ਰਾਹੀਂ, ਹਾਲਾਤਾਂ ਰਾਹੀਂ, ਬਾਈਬਲ ਰਾਹੀਂ, ਪ੍ਰਾਰਥਨਾ ਰਾਹੀਂ। ਤੇ ਇਹਦਾ ਇਹ ਮਤਲਬ ਨਹੀਂ ਕਿ ਉਹ ਸਭ ਸੌਖਾ ਸੀ। ਮੈਨੂੰ ਦਬਾਅ ਪਾਉਣਾ ਪਿਆ ਸੀ, ਵਿਸ਼ਵਾਸ ਕਰਦੇ ਰਹਿਣਾ ਪਿਆ ਸੀ, ਤਦ ਵੀ ਜਦੋਂ ਔਖਾ ਸੀ। ਪਰ ਉਹਨੇ ਮੈਨੂੰ ਦਿਖਾਇਆ ਕਿ ਪਰਮੇਸ਼ਰ ਸਾਡੇ ਫੈਸਲਿਆਂ 'ਚ ਸਾਡੇ ਮਾਰਗਦਰਸ਼ਨ ਕਰਨ ਦੇ ਯੋਗ ਸਨ। ਪਰਮੇਸ਼ਵਰ ਜਿਹੜੇ ਤੀਜੇ ਤਰੀਕੇ ਸਾਡਾ ਮਾਰਗਦਰਸ਼ਨ ਕਰਦੇ ਹਨ ਉਹ ਹੈ ਸੰਤਾਂ ਦੀ ਸਲਾਹ ਦੁਆਰਾ, ਅਰਥਾਤ ਹੋਰ ਮਸੀਹੀਆਂ ਤੋਂ ਸਲਾਹ ਦੁਆਰਾ। ਅਤੇ ਗਿਰਜੇ ਦੀ ਇਹੋ ਅਨੋਖੀ ਗੱਲ ਹੈ ਹੋਰ ਮਸੀਹਾਂ ਦੀ ਬਿਰਾਦਰੀ ਦਾ ਹਿੱਸਾ ਹੋਣਾ, ਜਿੱਥੇ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ। ਕਹਾਵਤਾਂ 'ਚ ਕਿਹਾ ਹੈ, ਬੁੱਧਮਾਨ ਸਲਾਹ ਲੈਂਦੇ ਹਨ। ਮੈਂ ਤੁਹਾਨੂੰ ਪ੍ਰੇਰਿਤ ਕਰਾਂਗਾ ਕਿ ਅਜਿਹੇ ਬੰਦੇ ਲੱਭੋ ਜਿਨ੍ਹਾਂ 'ਚ ਬੁੱਧਮਾਨੀ ਅਤੇ ਅਨੁਭਵ ਹੋਵੇ ਅਤੇ ਉਹਨਾਂ ਦੀ ਸਲਾਹ ਸੁਣੋ ਅਤੇ ਜਾਣਕਾਰੀ ਅਨੁਸਾਰ ਤੁਸੀਂ ਫੈਸਲਾ ਕਰੋ। ਬੇਸ਼ੱਕ ਆਖਿਰਕਾਰ ਅੰਤਿਮ ਫੈਸਲਾ ਤੁਹਾਡਾ ਹੋਣਾ ਚਾਹੀਦਾ, ਪਰ ਸਲਾਹ ਲੈਣਾ ਬੁੱਧਮਾਨੀ ਹੁੰਦੀ ਹੈ। ਸੋ ਤੁਹਾਨੂੰ ਕਿਵੇਂ ਇਹ ਪਤਾ ਚੱਲਦਾ ਹੈ ਕਿ ਕਦ ਪਰਮੇਸ਼ਵਰ ਤੁਹਾਡੇ ਨਾਲ ਆਤਮਾ ਅਤੇ ਤੁਹਾਡੇ ਮਿੱਤਰਾਂ ਰਾਹੀਂ ਬੋਲ ਰਹੇ ਹਨ ਅਤੇ ਤੁਸੀਂ ਉਹ ਨਹੀਂ ਸੋਚ ਰਹੇ ਜੋ ਤੁਸੀਂ ਚਾਹੁੰਦੇ ਹੋ। ਬੇਸ਼ੱਕ ਸੰਭਵ ਹੁੰਦਾ ਹੈ ਗਲਤੀਆਂ ਕਰਨਾ ਜਾਂ ਉਹਦਾ ਗਲਤ ਮਤਲਬ ਕੱਢਣਾ ਜੋ ਅਸੀਂ ਸੁਣਦੇ ਹਾਂ, ਪਰ ਬਾਈਬਲ ਸਾਡੀ ਇਹ ਪਰਖਣ 'ਚ ਮਦਦ ਕਰਦੀ ਹੈ ਕਿ ਅਸੀਂ ਜੋ ਸੁਣਿਆ ਹੈ ਸਹੀ ਹੈ। ਸੰਤ ਯੂਹੰਨਾ ਕਹਿੰਦੇ ਨੇ, ਆਤਮਾਵਾਂ ਨੂੰ ਇਹ ਜਾਣਨ ਲਈ ਪਰਖੋ ਕਿ ਉਹ ਪਰਮੇਸ਼ਵਰ ਵੱਲੋਂ ਹਨ ਜਾਂ ਨਹੀਂ, ਕਿ ਉਹ ਉਹਦੇ ਨਾਲ ਮੇਲ ਖਾਂਦਾ ਹੈ ਜੋ ਬਾਈਬਲ ਸਾਨੂੰ ਕਹਿੰਦੀ ਹੈ। ਦੂਜਾ, ਕਿ ਉਹ ਸ਼ਕਤੀ, ਪ੍ਰੇਰਨਾ, ਤਸੱਲੀ ਦਿੰਦਾ ਹੈ, ਕਿ ਉਹ ਪ੍ਰੇਮ 'ਚ ਵਾਧਾ ਲਿਆਉਂਦਾ ਹੈ। ਜੇ ਉਹ ਇਦਾਂ ਨਹੀਂ ਹੈ ਤਾਂ ਉਹ ਪਰਮੇਸ਼ਵਰ ਵੱਲੋਂ ਨਹੀਂ ਹੈ। ਤੀਜਾ, ਕੀ ਤੁਸੀਂ ਫੈਸਲੇ ਬਾਰੇ ਪਰਮੇਸ਼ਵਰ ਦੀ ਸ਼ਾਂਤੀ ਅਨੁਭਵ ਕਰਦੇ ਹੋ? ਪੌਲਸ ਲਿਖਦੇ ਨੇ, ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲ 'ਚ ਰਾਜ ਕਰਨ ਦਿਵੋ। ਇਸ ਲਈ ਜੇ ਤੁਸੀਂ ਉਹਦੇ ਬਾਰੇ ਸ਼ਾਂਤੀ ਨਾ ਅਨੁਭਵ ਕਰੋ ਤਾਂ ਉਹ ਸ਼ਾਇਦ ਸਹੀ ਨਹੀਂ ਹੈ। ਪਰਮੇਸ਼ਰ ਜਿਹੜੇ ਚੌਥੇ ਤਰੀਕੇ ਤੁਹਾਡਾ ਮਾਰਗਦਰਸ਼ਨ ਕਰਦੇ ਹਨ ਉਹ ਹੈ ਤੁਹਾਡੀ ਸਮਝ। ਵੇਖੋ, ਤੁਸੀਂ ਮਸੀਹ ਬਣਨ ਤੇ ਆਪਣੀ ਸਾਰੀ ਸੋਚ ਸਮਝ ਅਤੇ ਬੁੱਧੀਮਾਨੀ ਗਵਾ ਨਹੀਂ ਦਿੰਦੇ। ਤੁਸੀਂ ਰਹਿੰਦੇ ਹੋ। ਪਰਮੇਸ਼ਰ ਨੇ ਸਾਡੇ ਨਾਲ ਇਸ ਲਈ ਮਾਰਗਦਰਸ਼ਨ ਦਾ ਵਾਅਦਾ ਨਹੀਂ ਕੀਤਾ ਕਿ ਸਾਨੂੰ ਸੋਚਣ ਦੀ ਖੇਚਲ ਤੋਂ ਬਚਾਣ। ਬਾਈਬਲ ਸਾਨੂੰ ਪਰਮੇਸ਼ਰ ਦੀ ਆਮ ਇੱਛਾ ਦੱਸਦੀ ਹੈ। ਯਿਸੂ ਵਿਆਹੇ ਹੋਏ ਨਹੀਂ ਸਨ, ਪਰ ਆਮ ਤੌਰ ਤੇ ਲੋਕਾਂ ਤੋਂ ਵਿਆਹ ਦੀ ਆਸਾਂ ਹੁੰਦੀ ਹੈ। ਪਰ ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਸਾਨੂੰ ਕਿਹਦੇ ਨਾਲ ਵਿਆਹ ਕਰਨਾ ਚਾਹੀਦਾ ਹੈ। ਸਾਨੂੰ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਅਸੀਂ ਇਕੱਠੇ ਰਹਿ ਸਕਾਂਗੇ। ਕਰੀਅਰ ਦੇ ਫੈਸਲਿਆਂ 'ਚ ਵੀ ਇਹੀ ਕਰਨਾ ਚਾਹੀਦਾ ਹੈ। ਕਈ ਵਾਰ ਲੋਕੀ ਵਿਸ਼ਵਾਸੀ ਬਣਨ ਤੋਂ ਬਾਅਦ ਸੋਚਣ ਲੱਗਦੇ ਹਨ ਕਿ ਕੀ ਮੈਂ ਆਪਣੀ ਨੌਕਰੀ ਛੱਡ ਦੇਵਾਂ। ਸੰਤ ਪੌਲਸ ਕਹਿੰਦੇ ਹਨ, ਤੁਹਾਡੇ 'ਚੋਂ ਹਰੇਕ ਨੂੰ ਜੀਵਨ ਵਿੱਚ ਉਹ ਥਾਂ ਬਣਾਏ ਰੱਖਣੀ ਚਾਹੀਦੀ ਹੈ ਜੋ ਪ੍ਰਭੂ ਨੇ ਤੁਹਾਨੂੰ ਦਿੱਤੀ ਹੈ ਤੇ ਜਿਹਦੇ ਲਈ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਹੈ। ਸਾਰਿਆਂ ਨੂੰ ਉਸੇ ਹਾਲਾਤ ਵਿੱਚ ਰਹਿਣਾ ਚਾਹੀਦਾ ਜਿੱਥੇ ਤੁਸੀਂ ਉੱਦਾਂ ਸੋਚੋ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਸੀ, ਕਿਉਂਕਿ ਪਰਮੇਸ਼ਰ ਨੇ ਇੱਕ ਮਕਸਦ ਨਾਲ ਤੁਹਾਨੂੰ ਉਸ ਕੰਮ ਲਈ ਸੱਦਿਆ। ਸੋ ਆਮ ਨੇਮ ਇਹ ਹੈ ਕਿ ਉੱਥੇ ਹੀ ਰਹੋ ਜਿੱਥੇ ਤੁਸੀਂ ਹੋ, ਜਦ ਤੱਕ ਪਰਮੇਸ਼ਰ ਕਿਸੇ ਹੋਰ ਕੰਮ ਲਈ ਨਾ ਸੱਦਣ। ਅਤੇ ਪਰਮੇਸ਼ਰ ਤੁਹਾਨੂੰ ਜਿਹਦੇ ਲਈ ਵੀ ਸੱਦਣਗੇ ਉਹ ਅਜਿਹਾ ਹੋਵੇਗਾ ਜੋ ਤੁਹਾਡੇ ਮਿਜਾਜ਼, ਸ਼ਖਸੀਅਤ, ਪੜ੍ਹਾਈ ਅਤੇ ਹੁਨਰ ਅਨੁਸਾਰ ਹੋਵੇਗਾ। ਅਤੇ ਤੁਸੀਂ ਆਪਣੇ ਨੂੰ ਪੁੱਛ ਸਕਦੇ ਹੋ, ਮੈਨੂੰ ਕੀ ਕਰਨਾ ਚੰਗਾ ਲੱਗਦਾ ਹੈ, ਮੇਰੀਆਂ ਕੀ ਦਾਤਾਂ ਹਨ, ਅਤੇ ਤੁਸੀਂ ਆਪਣੇ ਨੂੰ ਪੁੱਛ ਸਕਦੇ ਹੋ। ਤੇ ਪਰਮੇਸ਼ਰ ਜਿਹੜੇ ਅੰਤਿਮ ਤਰੀਕੇ ਸਾਡਾ ਮਾਰਗਦਰਸ਼ਨ ਕਰਦੇ ਹਨ ਉਹ ਹੈ ਹਾਲਾਤਾਂ ਦੀਆਂ ਨਿਸ਼ਾਨੀਆਂ ਅਨੁਸਾਰ। ਕਈ ਵਾਰ ਸਾਨੂੰ ਬਹੁਤ ਔਖਾ ਫੈਸਲਾ ਕਰਨਾ ਹੁੰਦਾ ਹੈ ਤਾਂ ਅਸੀਂ ਸ਼ਾਇਦ ਪਰਮੇਸ਼ਰ ਨੂੰ ਕਹੀਏ, ਮੈਂ ਨਹੀਂ ਜਾਣਦਾ ਮੈਂ ਕਿਹੜੇ ਪਾਸੇ ਜਾਵਾਂ, ਮੈਂ ਨਹੀਂ ਜਾਣਦਾ ਕਿ ਇਹ ਸਹੀ ਸੰਬੰਧ ਹੈ ਜਾਂ ਨਹੀਂ, ਜਾਂ ਇਹ ਨੌਕਰੀ ਸਹੀ ਹੈ ਜਾਂ ਨਹੀਂ, ਜਾਂ ਮੈਂ ਇਹ ਵੀ ਨਹੀਂ ਜਾਣਦਾ ਕਿ ਇਹ ਸਹੀ ਫੈਸਲਾ ਹੈ ਜਾਂ ਨਹੀਂ। ਕਹਾਵਤਾਂ 16:9 ਅਨੁਸਾਰ ਆਦਮੀ ਦਾ ਮਨ ਉਹਦਾ ਰਾਹ ਠਹਿਰਾਉਂਦਾ ਹੈ, ਪਰ ਯਹੋਵਾ ਉਹਦੇ ਪੈਰਾਂ ਦੀ ਅਗਵਾਈ ਕਰਦਾ ਹੈ। ਜ਼ਬੂਰ 37:5 ਕਹਿੰਦਾ ਹੈ, ਆਪਣਾ ਰਾਹ ਯਹੋਵਾ ਦੇ ਗੋਚਰਾ ਕਰ ਤੇ ਉਸ ਉੱਤੇ ਭਰੋਸਾ ਰੱਖ ਤੇ ਉਹ ਪੂਰਿਆਂ ਕਰੇਗਾ। ਕਿਉਂਕਿ ਪਰਮੇਸ਼ਰ ਬੂਹੇ ਬੰਦ ਕਰ ਸਕਦੇ ਅਤੇ ਖੋਲ੍ਹ ਸਕਦੇ ਹਨ। ਇਹ ਜ਼ਰੂਰੀ ਹੈ ਕਿ ਅਸੀਂ ਫੈਸਲੇ ਉਹਨਾਂ ਨੂੰ ਸਮਰਪਿਤ ਕਰੀਏ ਅਤੇ ਫਿਰ ਨਤੀਜੇ ਬਾਰੇ ਉਹਦੇ ਤੇ ਵਿਸ਼ਵਾਸ ਕਰੀਏ। ਇਸ ਲਈ ਸਾਨੂੰ ਹਾਲਾਤਾਂ ਤੇ ਨਜ਼ਰ ਰੱਖਣ ਦੀ ਲੋੜ ਹੈ, ਪਰ ਬਹੁਤਾ ਦਬਾਅ ਨਹੀਂ ਪਾਣਾ। ਕਈ ਵਾਰ ਸਾਨੂੰ ਬੁਰੇ ਹਾਲਾਤਾਂ 'ਚ ਵੀ ਬਣੇ ਰਹਿਣਾ ਪੈਂਦਾ ਹੈ। ਵੇਖੋ, ਇਦਾਂ ਹੈ ਕਿ ਪਰਮੇਸ਼ਰ ਸਾਡੇ ਨਾਲ ਚੱਲਦੇ ਹਨ ਤੇ ਉਹ ਸਾਡੀਆਂ ਆਮ ਗੱਲਾਂ ਲੈ ਕੇ ਉਹਨਾਂ ਨੂੰ ਕਿਸੇ ਸੋਹਣੀ ਚੀਜ਼ ਦੇ ਵਿੱਚ ਬਦਲ ਦਿੰਦੇ ਹਨ। ਤੇ ਉਹ ਸਾਡੇ ਥਾਂ ਤੇ ਉਹ ਨਹੀਂ ਕਰਦੇ, ਉਹ ਸਾਨੂੰ ਬਣੇ ਰਹਿਣ ਨੂੰ ਕਹਿੰਦੇ ਹਨ ਤੇ ਸਾਡੇ ਨਾਲ ਕੰਮ ਕਰਦੇ ਹਨ। 19ਵੀਂ ਸਦੀ ਦੇ ਮੱਧ ਵਿੱਚ ਅੰਗਰੇਜ਼ ਨਵਾਬ ਲਾਰਡ ਰੈਡਸਟੌਕ ਨਾਰਵੇ ਦੇ ਇੱਕ ਹੋਟਲ ਵਿੱਚ ਠਹਿਰੇ ਸਨ। ਇੱਕ ਸ਼ਾਮ ਉਹਨਾਂ ਨੇ ਸੁਣਿਆ ਕਿ ਕੋਈ ਹੇਠਾਂ ਹਾਲ ਵਿੱਚ ਬੜੇ ਬੁਰੇ ਤਰੀਕੇ ਨਾਲ ਪਿਆਨੋ ਵਜਾ ਰਿਹਾ ਸੀ। ਉਹਨਾਂ ਨੇ ਵੇਖਿਆ ਕਿ ਉਹ ਇੱਕ ਨਿੱਕੀ ਜਿਹੀ ਕੁੜੀ ਸੀ ਜੋ ਬਹੁਤ ਰੌਲਾ ਪਾ ਰਹੀ ਸੀ। ਵੈਸੇ ਤਾਂ ਉਹਨਾਂ 'ਚ ਬਹੁਤ ਧੀਰਜ ਸੀ, ਪਰ ਹੌਲੀ-ਹੌਲੀ ਲਗਾਤਾਰ ਆ ਰਹੀ ਆਵਾਜ਼ ਨੇ ਉਹਨਾਂ ਨੂੰ ਕ੍ਰੋਧਿਤ ਕਰ ਦਿੱਤਾ। ਜਿਵੇਂ ਉਹ ਵੇਖ ਰਹੇ ਸਨ, ਇੱਕ ਪੁਰਖ ਆ ਕੇ ਉਹਦੇ ਨਾਲ ਬਹਿ ਗਿਆ। ਉਸ ਕੁੜੀ ਦੀ ਕੋਸ਼ਿਸ਼ ਬੰਦ ਕਰਨ ਦੀ ਥਾਂ ਤੇ ਉਹ ਪਿਆਨੋ ਵਜਾਉਣ ਲੱਗਿਆ ਤੇ ਉਹਦੇ ਸੁਰ ਵਿੱਚ ਸੁਰ ਮਿਲਾਉਣ ਲੱਗਿਆ। ਹੌਲੀ-ਹੌਲੀ ਕਰਕੇ ਉਹਨਾਂ ਦਾ ਸੁਰ ਉਹਦੇ ਸੁਰ ਨਾਲ ਇਕਸਾਰ ਹੁੰਦਾ ਗਿਆ ਤੇ ਅਚਾਨਕ ਪੂਰਾ ਹੋਟਲ ਇੱਕ ਬਹੁਤ ਹੀ ਮਿੱਠੀ ਆਵਾਜ਼ ਨਾਲ ਭਰ ਗਿਆ। ਉਹਨਾਂ ਨੇ ਉਹਦੀਆਂ ਭੁੱਲਾਂ ਤੇ ਕਮਜ਼ੋਰੀ ਲੈ ਕੇ ਉਹਨੂੰ ਇੱਕ ਸੋਹਣੀ ਜਿਹੀ ਚੀਜ਼ ਵਿੱਚ ਬਦਲ ਦਿੱਤਾ।
ਜਿਵੇਂ ਰੌਡ ਰੈਡਸਟੌਕ ਨੂੰ ਬਾਅਦ 'ਚ ਪਤਾ ਚੱਲਿਆ ਕਿ ਉਸ ਕੁੜੀ ਦੇ ਨਾਲ ਵਜਾਉਣ ਵਾਲਾ ਉਹਦਾ ਪਿਤਾ ਸੀ, 19ਵੀਂ ਸਦੀ ਦਾ ਰੂਸੀ ਸੰਗੀਤਕਾਰ ਅਲੈਗਜ਼ੈਂਡਰ ਬੋਰਡਨ। ਅਕਸਰ ਪਿੱਛੇ ਵੇਖਣ ਤੇ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਸਾਡੀਆਂ ਗਲਤੀਆਂ ਬਰਦਾਸ਼ਤ ਕਰਦੇ ਹਨ। ਸੱਚ ਕਹਾਂ, ਮੈਥੋਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹਨ। ਪਰਮੇਸ਼ਰ ਨੇ ਮੈਨੂੰ ਜੇਲ੍ਹ 'ਚ ਨਹੀਂ ਪਾਇਆ, ਮੈਂ ਪਾਇਆ ਸੀ। ਪਰਮੇਸ਼ਰ ਨੇ ਮੈਨੂੰ 2 ਵਾਰ ਤਲਾਕ ਨਹੀਂ ਦਵਾਇਆ, ਪਰ ਉਹ ਉਸ ਵੇਲੇ ਹਮੇਸ਼ਾ ਮੇਰੇ ਅੰਗ ਸੰਗ ਸਨ। ਮੇਰੇ ਮਾਪੇ ਹਰ ਵੇਲੇ ਲੜਦੇ ਰਹਿੰਦੇ, ਟੱਲੀ ਹੁੰਦੇ। 15 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਾਲ ਬਹਿਸ ਕਰਕੇ ਮੈਨੂੰ ਘਰੋਂ ਕੱਢਿਆ ਗਿਆ। ਮੈਂ ਇੱਕ ਗੈਂਗ ਨਾਲ ਇੱਕ ਬੰਦੇ ਦੇ ਘਰ 'ਚ ਰਹਿਣ ਲੱਗ ਗਿਆ। ਮੈਂ ਪੁਲਿਸ ਦੀਆਂ ਨਜ਼ਰਾਂ 'ਚ ਆ ਗਿਆ ਸੀ। ਮੈਨੂੰ ਅੰਤ ਵਿੱਚ ਜੇਲ੍ਹ ਜਾਣਾ ਪਿਆ। ਮੈਂ ਉੱਥੋਂ ਨਿਕਲ ਕੇ 21 ਦੀ ਉਮਰ ਵਿੱਚ ਸੈਨਾ 'ਚ ਭਰਤੀ ਹੋ ਗਿਆ। ਮੈਂ 2 ਵਿਆਹ ਕੀਤੇ, 2 ਵਾਰ ਤਲਾਕ ਲਿਆ ਤੇ ਮੈਨੂੰ ਸ਼ਰਾਬ ਦੀ ਆਦਤ ਸੀ। ਸਕੂਲ ਵਿੱਚ ਸਾਰੇ ਮੈਨੂੰ ਦਬਾਉਂਦੇ। ਸੈਨਾ ਦੀ ਬਾਕਸਿੰਗ ਟੀਮ ਵਿੱਚ ਦਾਖਲ ਹੋ ਕੇ ਮੈਂ ਵਰਦੀ ਪਾ ਕੇ ਲੋਕਾਂ ਨੂੰ ਦਬਾਉਂਦਾ। ਮੇਰੀ ਮਾਂ ਮਰ ਗਈ। ਮੈਂ ਆਪਣੀ ਮਾਂ ਨੂੰ ਤਦ ਤੋਂ ਨਹੀਂ ਵੇਖਿਆ ਸੀ ਜਦ ਮੈਂ ਨਿੱਕਾ ਸੀ। ਉਹ ਬਿਮਾਰ ਸੀ, ਉਹਨਾਂ ਨੂੰ ਕੈਂਸਰ ਸੀ। ਮੇਰੇ ਮਾਪੇ ਦੋਵੇਂ ਬਹੁਤ ਸਿਗਰਟ ਅਤੇ ਸ਼ਰਾਬ ਪੀਂਦੇ ਸਨ। ਥੋੜੇ ਸ਼ਬਦਾਂ 'ਚ ਕਹਾਂ, ਉਹਨਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ। ਮੈਨੂੰ ਉਹਨਾਂ ਨਾਲ ਤਕਰੀਬਨ 10 ਦਿਨ ਮਿਲੇ, ਫਿਰ ਉਹ ਪੂਰੀ ਹੋ ਗਈ। ਉਹਨਾਂ ਨੂੰ ਇੱਕ ਬਹੁਤ ਵੱਡਾ ਰੋੜਾ ਜਾਂ ਗੰਢ ਸੀ ਅਤੇ ਉਹ ਮੇਰੀਆਂ ਬਾਹਾਂ 'ਚ ਸੋ ਗਈ ਤੇ ਇਹਨੇ ਮੈਨੂੰ ਅਸਲ 'ਚ ਚੀਜ਼ਾਂ ਬਾਰੇ ਸੋਚਣਾ ਆਰੰਭ ਕਰਨ ਲਈ ਪ੍ਰੇਰਿਆ। ਇਹਨੇ ਮੈਨੂੰ ਇੱਕ ਸਫ਼ਰ ਤੇ ਪਾ ਦਿੱਤਾ। ਉਹਦੇ ਕੁਝ ਚਿਰ ਬਾਅਦ ਮੇਰੇ ਇੱਕ ਮਿੱਤਰ ਨੇ ਕਿਹਾ, ਤੁਹਾਡੇ ਬਹੁਤ ਸਵਾਲ ਹਨ, ਤੁਹਾਨੂੰ ਸ਼ਾਇਦ ਇੱਕ ਅਲਫਾ ਕੋਰਸ ਕਰਨਾ ਚਾਹੀਦਾ। 16 ਸਾਲ ਤੱਕ ਜਦ ਮੈਂ ਸੈਨਾ ਵਿੱਚ ਸੀ, ਮੈਂ ਜਹਾਜ਼ਾਂ ਤੋਂ ਕੁੱਦਿਆ ਹਾਂ, ਰਾਈਫਲ ਦੇ ਕੋਰਸ ਕੀਤੇ ਹਨ, ਮਿਲਟਰੀ ਦੇ ਤਕਰੀਬਨ ਸਾਰੇ ਕੋਰਸ ਕੀਤੇ ਹਨ। ਮੈਂ ਪਰਮੇਸ਼ਰ ਬਾਰੇ ਕੋਰਸ ਕਰਾਂਗਾ। ਮੈਨੂੰ ਯਾਦ ਹੈ ਉੱਥੇ ਬੈਠ ਕੇ ਉਹ ਗੱਲਾਂ ਸੁਣਨਾ ਅਤੇ ਮੈਂ ਸੋਚਦਾ, ਮੈਂ ਪਹਿਲਾਂ ਕਦੇ ਅਜਿਹੀਆਂ ਗੱਲਾਂ ਨਹੀਂ ਸੁਣੀਆਂ ਸਨ। ਉਹ ਮੇਰੇ ਲਈ ਬਿਲਕੁਲ ਨਵਾਂ ਸੀ। ਮੈਂ ਪ੍ਰਾਰਥਨਾ ਕੀਤੀ। ਮੇਰੀ ਇਹ ਪ੍ਰਾਰਥਨਾ ਸੀ, ਜੇ ਤੁਸੀਂ ਉੱਥੇ ਉੱਪਰ ਹੋ ਅਤੇ ਇਹ ਸਭ ਗੱਲਾਂ ਸੱਚ ਨੇ ਤੇ ਤੁਸੀਂ ਮੈਨੂੰ ਬਿਹਤਰ ਮਨੁੱਖ ਬਣਾ ਸਕਦੇ ਹੋ, ਮੇਰਾ ਚਰਿੱਤਰ ਬਿਹਤਰ ਬਣਾ ਸਕਦੇ ਹੋ। ਜੇ ਤੁਸੀਂ ਮੈਨੂੰ ਇੱਕ ਵਫਾਦਾਰ ਪਤੀ ਬਣਾ ਸਕਦੇ ਹੋ ਤੇ ਇੱਕ ਚੰਗਾ ਪਿਤਾ, ਅਜਿਹਾ ਜੋ ਲੋਕਾਂ ਨੂੰ ਚੰਗਾ ਲੱਗੇ, ਫਿਰ ਤੁਸੀਂ ਉਹਦੇ 'ਚ ਚਿਰ ਨਾ ਲਾਓ। ਉਹਦੇ ਬਾਅਦ ਹਾਲਾਤ ਬਦਲਣੇ ਆਰੰਭ ਹੋ ਗਏ। ਮੇਰੇ ਦਿਮਾਗ ਵਿੱਚ ਸੱਚਮੁੱਚ ਅਜੀਬ ਗੱਲਾਂ ਘੁੰਮ ਰਹੀਆਂ ਸਨ। ਮੈਂ ਸੋਚਿਆ, ਮੈਂ ਆਪਣੀ ਪ੍ਰੇਮਿਕਾ ਨਾਲ 8 ਸਾਲਾਂ ਤੋਂ ਰਹਿ ਰਿਹਾ, ਸਾਨੂੰ ਸ਼ਾਇਦ ਵਿਆਹ ਕਰ ਲੈਣਾ ਚਾਹੀਦਾ। ਅਸੀਂ ਉਹਦੇ ਬਾਰੇ ਗੱਲ ਕੀਤੀ ਤੇ ਵਿਆਹ ਕਰ ਲਿਆ। ਮੈਂ ਪ੍ਰਾਰਥਨਾ ਕਰਕੇ ਆਪਣੇ ਪੁੱਤਰ ਨੂੰ ਆਪਣੇ ਜੀਵਨ 'ਚ ਫੇਰ ਲਿਆਇਆ, ਜਿਹਨੂੰ ਮੈਂ 3 ਸਾਲ ਦੀ ਉਮਰ 'ਚ ਛੱਡ ਦਿੱਤਾ ਸੀ। ਉਹ ਹੁਣ 36 ਸਾਲ ਦਾ ਹੈ ਅਤੇ ਸਾਡੇ ਨਾਲ ਰਹਿੰਦਾ। ਉਹਦੇ ਇਲਾਵਾ ਮੇਰੀ ਇੱਕ 18 ਸਾਲ ਦੀ ਧੀ ਹੈ ਜੋ ਬਹੁਤ ਸੋਹਣੀ ਹੈ। ਜੇ ਤੁਸੀਂ ਕੁਝ ਸਾਲ ਪਹਿਲਾਂ ਮੈਨੂੰ ਇਹ ਕਹਿੰਦੇ ਕਿ ਮੈਂ ਇੰਗਲੈਂਡ ਦੇ ਗਿਰਜੇ ਦਾ ਪਾਦਰੀ ਬਣਾਂਗਾ, ਮੈਂ ਕਿਹਾ ਹੁੰਦਾ ਤੁਸੀਂ ਪੂਰੇ ਪਾਗਲ ਹੋ। ਇਹ ਗੱਲ ਕਦੇ ਮੇਰੇ ਦਿਮਾਗ 'ਚ ਨਹੀਂ ਆਈ ਸੀ। ਮੈਂ ਕਦੇ ਸੋਚਦਾ ਵੀ ਨਹੀਂ ਸੀ। ਮੈਨੂੰ ਅਜੇ ਵੀ ਕਈ ਵਾਰ ਭਰੋਸਾ ਨਹੀਂ ਹੁੰਦਾ। ਹੁਣ ਮੈਂ ਉਹਨਾਂ ਲੋਕਾਂ ਨਾਲ ਕੰਮ ਕਰਦਾ ਜਿਨ੍ਹਾਂ ਨਾਲ ਮੈਂ ਤਕਰੀਬਨ ਸਾਰਾ ਜੀਵਨ ਜੀ ਰਿਹਾ। ਮੈਂ ਉਹਨਾਂ 'ਚ ਕਈਆਂ ਨੂੰ ਸਮਝ ਸਕਦਾ। ਮੈਂ ਉਹਨਾਂ ਨਾਲ ਕੰਮ ਕਰਦਾ ਜਿਨ੍ਹਾਂ ਦੇ ਘਰ ਨਹੀਂ ਹੁੰਦੇ, ਜਿਨ੍ਹਾਂ ਨੂੰ ਮਾਨਸਿਕ ਰੋਗ ਹੁੰਦੇ ਹਨ, ਜੋ ਕੈਦ 'ਚ ਹੁੰਦੇ ਹਨ, ਜੋ ਜੇਲ੍ਹ 'ਚੋਂ ਨਿਕਲ ਰਹੇ ਹੁੰਦੇ ਹਨ, ਕੇਅਰਿੰਗ ਫॉर ਐਕਸ ਆਫੈਂਡਰਸ ਨਾਮ ਦੀ ਪਰਉਪਕਾਰੀ ਸੰਸਥਾ ਦੁਆਰਾ। ਅਤੇ ਮੈਨੂੰ ਇੱਕ MBE ਨਾਲ ਨਵਾਜਿਆ ਗਿਆ, ਪੁਰਾਣੇ ਗੁਨਾਹਗਾਰਾਂ ਨਾਲ ਕੰਮ ਕਰਨ ਲਈ, ਜੋ ਮੇਰੇ ਖਿਆਲ 'ਚ ਬਹੁਤ ਵਧੀਆ ਸੀ। ਅਜਿਹਾ ਸਤਿਕਾਰ ਹੋਣਾ ਬੜੀ ਇੱਜ਼ਤ ਦੀ ਗੱਲ ਹੈ। ਇਹੋ ਹੈ ਜੋ ਪਰਮੇਸ਼ਵਰ ਕਹਿੰਦੇ ਹਨ, ਮੇਰੇ ਕੋਲ ਤੁਹਾਡੇ ਜੀਵਨ ਦੀ ਚੰਗੀ ਅਤੇ ਸੰਪੂਰਨ ਯੋਜਨਾ ਹੈ, ਤੁਹਾਡੀ ਹਾਨੀ ਦੀ ਨਹੀਂ ਸਗੋਂ ਖੁਸ਼ਹਾਲੀ ਦੀ ਯੋਜਨਾ, ਤੁਹਾਨੂੰ ਇੱਕ ਭਵਿੱਖ ਅਤੇ ਆਸਾਂ ਦੇਣ ਦੀ ਯੋਜਨਾ। ਅਤੇ ਉਹ ਕਹਿੰਦੇ ਹਨ ਕਿ ਉਹ ਸਾਨੂੰ ਕਦੇ ਵੀ ਛੱਡਣਗੇ ਜਾਂ ਤਿਆਗਣਗੇ ਨਹੀਂ। ਤੇ ਇਹੀ ਗੱਲ ਮੈਨੂੰ ਹਮੇਸ਼ਾ ਬਣਾਏ ਰੱਖਦੀ ਹੈ। ਅਕਸਰ ਆਪਣੇ ਪਿਛਲੇ ਜੀਵਨ ਵੱਲ ਵੇਖਣ ਤੇ ਤੁਸੀਂ ਵੇਖਦੇ ਹੋ ਕਿ ਪਰਮੇਸ਼ਰ ਤੁਹਾਡਾ ਮਾਰਗਦਰਸ਼ਨ ਕਰਦੇ ਆਏ ਹਨ। ਉਹਨਾਂ ਦਾ ਤੁਹਾਡੇ ਜੀਵਨ ਲਈ ਇੱਕ ਮਕਸਦ ਹੈ। ਜਿਵੇਂ ਤੁਸੀਂ ਬਾਈਬਲ ਪੜ੍ਹਦੇ ਹੋ, ਜਿਵੇਂ ਤੁਸੀਂ ਆਤਮਾ ਦੀ ਸੁਣਦੇ ਹੋ, ਜਿਵੇਂ ਤੁਸੀਂ ਮਿੱਤਰਾਂ ਨਾਲ ਗੱਲ ਕਰਦੇ ਅਤੇ ਸੋਚਦੇ ਹੋ, ਤੁਹਾਡੇ ਜੀਵਨ ਦਾ ਇੱਕ ਮਕਸਦ ਹੈ। ਅਤੇ ਤੁਸੀਂ ਕੁਝ ਪ੍ਰਭਾਵਸ਼ਾਲੀ ਕਰੋਗੇ ਤੇ ਤੁਹਾਡਾ ਉਹਦੇ ਤੋਂ ਵੱਧ ਪ੍ਰਭਾਵ ਹੋਵੇਗਾ ਜਿੰਨਾ ਤੁਸੀਂ ਕਦੇ ਸੋਚਿਆ ਹੋਵੇਗਾ। ਤੇ ਇੱਕ ਦਿਨ ਪਰਮੇਸ਼ਰ ਤੁਹਾਨੂੰ ਕਹਿਣਗੇ, ਸ਼ਾਬਾਸ਼, ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਹੋ।